ਹੁਣ ਅੱਗੇ ਵਧਦੇ ਹਾਂ ਤੇ ਜੋ ਮੈਂ ਮੈਪ ਦਾ ਜ਼ਿਕਰ ਕਰ ਰਿਹਾ ਸੀ ਉਹ ਵੀ ਤੁਹਾਨੂੰ ਦਿਖਾਣੇ ਆ, ਥੋੜਾ ਜਿਹਾ ਜੀਓਗ੍ਰਾਫਿਕਲੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇੱਥੇ ਪੂਰਾ ਘਟਨਾਕ੍ਰਮ ਵਾਪਰਿਆ ਜਿੱਥੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਦੀਪਕ ਮੁੰਡੀ ਨੂੰ, ਕਪਿਲ ਪੰਡਿਤ ਨੂੰ ਤੇ ਰਜਿੰਦਰ ਜੋਕਰ ਨੂੰ। ਇਹ ਤਿੰਨੇ ਜਿਹੜੇ ਗੈਂਗਸਟਰਸ ਨੇ ਕਿੱਥੋਂ ਗ੍ਰਿਫਤਾਰ ਕੀਤੇ ਗਏ ਨੇ ਉਹ ਵੀ ਤੁਹਾਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਪੂਰਾ ਇੰਡੀਆ ਦਾ ਮੈਪ ਤੇ ਨਾਲ ਜਿਹੜੇ ਗੁਆਂਢੀ ਸਾਡੇ ਮੁਲਕ ਨੇ ਉਹ ਤੁਹਾਨੂੰ ਦਿਖਾ ਰਹੇ ਆ। ਤਾਂ ਜਿਹੜਾ ਇਹ ਤੁਹਾਨੂੰ ਬਿਲਕੁਲ ਰਾਉਂਡ ਅਸੀਂ ਕਰਕੇ ਦਿਖਾਇਆ ਗਿਆ, ਮੈਂ ਸਕਰੀਨ ਤੇ ਵੀ ਦਿਖਾਵਾਂਗਾ। ਤਾਂ ਇਹ ਇਸ ਕਰਕੇ ਬਹੁਤ ਜ਼ਰੂਰੀ ਹੈ ਦੱਸਣਾ ਔਰ ਜਾਣਨਾ, ਕਿਉਂਕਿ ਇੱਥੋਂ ਜ਼ਿਆਦਾ ਦੂਰ ਨਹੀਂ ਹੈ ਬੰਗਲਾਦੇਸ਼, ਇੱਥੋਂ ਜ਼ਿਆਦਾ ਦੂਰ ਨਹੀਂ ਹੈ ਭੂਟਾਨ, ਇੱਥੋਂ ਜ਼ਿਆਦਾ ਦੂਰ ਨਹੀਂ ਹੈ ਨੇਪਾਲ। ਤਾਂ ਤਿੰਨੇ ਦੇਸ਼ਾਂ ਦੇ ਬਾਰਡਰ, ਕਾਬਿਲੇ ਗੌਰ ਹੈ ਕਿ ਬੰਗਲਾਦੇਸ਼ ਦਾ ਬਾਰਡਰ ਅਜਿਹਾ ਬਾਰਡਰ ਹੈ ਜੋ ਭਾਰਤ ਨੂੰ ਸਭ ਤੋਂ ਲੰਬਾ ਬਾਰਡਰ ਲੱਗਦਾ ਹੈ, ਯਾਨੀ ਕਿ ਬੰਗਲਾਦੇਸ਼ ਦਾ ਕਰੀਬ 4096 ਕਿਲੋਮੀਟਰ ਦਾ ਬਾਰਡਰ ਹੈ ਜੋ ਪੂਰੇ ਜਿਹੜੇ ਸਾਡੇ ਦੇਸ਼ ਦੇ ਵਿੱਚ ਲੱਗਦਾ ਹੈ, ਕਿਉਂਕਿ ਪੂਰੀਆਂ ਜਿਹੜੀਆਂ ਸਟੇਟਸ ਨੇ ਆਲੇ ਦੁਆਲੇ ਨੇ ਬੰਗਲਾਦੇਸ਼ ਵਿਚਾਲੇ ਹੈ। ਮੈਂ ਇਹੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਇਸ ਦਾ ਮਤਲਬ ਕੀ ਉਹ ਵੀ ਸਮਝਾਉਂਗਾ। ਇਹ ਪੂਰਾ ਭਾਰਤ ਇੱਥੇ ਬਿਲਕੁਲ ਇੱਥੇ ਬੰਗਲਾਦੇਸ਼ ਸਟਾਰਟ ਹੋ ਜਾਂਦਾ ਹੈ ਤੇ ਇੱਥੋਂ ਪੂਰਾ ਨਿਕਲ ਕੇ ਸਾਰਾ ਹਿੰਦੁਸਤਾਨ ਹੈ, ਅੱਗੇ ਜਾਂਦੀਆਂ ਜਿਹੜੀਆਂ ਜਿਹਨੂੰ ਆਪਾਂ 7 ਸਿਸਟਰਸ ਵੀ ਕਹਿੰਦੇ ਆ ਕਿ ਜਿਹੜੀਆਂ ਸਟੇਟਸ ਤੱਕ ਜਾਣ ਦਾ ਰਸਤਾ ਹੁੰਦਾ ਹੈ। ਤਾਂ ਇੱਥੋਂ ਇੱਕ ਪਾਸੇ ਨੇਪਾਲ ਹੈ, ਇੱਕ ਪਾਸੇ ਬੰਗਲਾਦੇਸ਼ ਹੈ ਤੇ ਇੱਥੋਂ ਭੂਟਾਨ ਵੀ ਜ਼ਿਆਦਾ ਦੂਰ ਨਹੀਂ। ਹਾਲਾਂਕਿ ਭੂਟਾਨ ਤੇ ਨੇਪਾਲ ਦੀ ਜੇਕਰ ਮੈਂ ਸਿਲੀਗੁੜੀ, ਕਿਉਂਕਿ ਅਸੀਂ ਜਿਹੜਾ ਪੁਆਇੰਟ ਚੁੱਕੇ ਹੈ, ਜੋ ਸਾਡੇ ਕੋਲ ਜਾਣਕਾਰੀ ਹੈ ਕਿ ਸਿਲੀਗੁੜੀ ਦੇ ਨੇੜੇ ਵੈਸਟ ਬੰਗਾਲ ਦਾ ਜਿਹੜਾ ਬਾਰਡਰ ਅੱਗੇ ਜਾ ਕੇ ਨੇਪਾਲ ਦੇ ਨਾਲ ਲੱਗ ਜਾਂਦਾ, ਉੱਥੋਂ ਇਹ ਗ੍ਰਿਫਤਾਰੀ ਹੋਈ ਹੈ। ਤਾਂ ਅਸੀਂ ਜਿਹੜਾ ਇਹ ਪੁਆਇੰਟ ਤੁਹਾਨੂੰ ਦਿਖਾ ਰਹੇ ਹਾਂ ਸਿਲੀਗੁੜੀ ਦੇ ਆਲੇ ਦੁਆਲੇ ਹੈਗਾ, ਇੱਥੋਂ ਹੀ ਬਾਗਡੋਗਰਾ ਨੇੜੇ ਹੀ ਹੈ ਜਿਹੜਾ 에ਅਰਪੋਰਟ ਹੈ, ਉੱਥੋਂ ਹੀ 에ਅਰਪੋਰਟ ਤੇ ਲਿਆ ਕੇ ਤੇ ਫਿਰ ਇਹਨਾਂ ਨੂੰ ਹੁਣ ਦਿੱਲੀ ਲਿਆਂਦਾ ਜਾ ਰਿਹਾ ਹੈ। ਔਰ ਤੁਹਾਨੂੰ ਦੱਸ ਦਈਏ ਕਿ ਇੱਥੋਂ ਜੇਕਰ ਭੂਟਾਨ ਜਾਣਾ ਹੋਵੇ ਤਾਂ ਕਰੀਬ 300 ਕਿਲੋਮੀਟਰ, ਜੇ ਇੱਥੋਂ ਨੇਪਾਲ ਦੇ ਵਿੱਚ ਐਂਟਰ ਕਰਨਾ ਹੋਵੇ ਕੋਈ ਵਿਚਾਲੇ ਦਾ ਰਾਹ ਹੋਊਗਾ, ਜੇ ਸਿੱਧੀਆਂ ਰੋਡਸ ਦਾ ਮੈਂ ਜ਼ਿਕਰ ਕਰਾਂ ਤਾਂ ਕਰੀਬ ਸਾਡੇ ਕੋਲ ਜਾਣਕਾਰੀ ਹੈ ਕਿ 150 ਤੋਂ 200 ਕਿਲੋਮੀਟਰ ਹੈ। ਦੂਰ ਤੁਹਾਨੂੰ ਬੇਸ਼ੱਕ ਲੱਗ ਰਿਹਾ ਹੋਵੇ 150 ਕਿਲੋਮੀਟਰ, ਪਰ ਜਿੱਥੇ ਪੁਆਇੰਟ ਹੈ ਜਿੱਥੋਂ ਗ੍ਰਿਫਤਾਰੀ ਹੋਈ ਹੈ, ਇਹ ਤੁਸੀਂ ਮਾਨਸਾ ਤੋਂ ਮੈਂ ਸ਼ੁਰੂ ਕਰਾਂ ਤਾਂ ਮਾਨਸਾ ਤੋਂ ਕਰੀਬ 1800 ਕਿਲੋਮੀਟਰ ਹੈ। ਇਹ ਅੱਗੇ ਵੱਧ ਰਹੇ ਸੀ, 1800 ਕਿਲੋਮੀਟਰ ਅੱਗੇ ਆ ਗਏ ਸੀ ਬਿਲਕੁਲ ਨੇਪਾਲ ਬਾਰਡਰ ਦੇ ਉੱਤੇ, ਤੇ ਉੱਥੋਂ ਇਹਨਾਂ ਨੇ ਭੱਜਣ ਦੀ ਦੇ ਵਿੱਚ ਸੀ ਕਿ ਅਸੀਂ ਨੇਪਾਲ ਵਾਲੇ ਪਾਸੇ ਚਲੇ ਜਾਈਏ। ਤੁਹਾਨੂੰ ਯਾਦ ਹੋਏਗਾ ਕਿ ਜਿਹੜੇ ਪਹਿਲਾਂ ਵੀ ਸ਼ੂਟਰ ਗ੍ਰਿਫਤਾਰ ਕੀਤੇ ਗਏ ਨੇ ਜਾਂ ਪੁਲਿਸ ਨੇ ਜਿਨ੍ਹਾਂ ਤੋਂ ਵੀ ਜਾਂਚ ਪੜਤਾਲ ਦੇ ਵਿੱਚ ਗੱਲਬਾਤ ਕੀਤੀ ਹੈ, ਉਹ ਇਸ ਚੀਜ਼ ਦਾ ਜ਼ਿਕਰ ਕਰਦੇ ਨਜ਼ਰ ਆਏ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਨੇਪਾਲ ਭੱਜਣ ਦੀ ਫਿਰਾਕ 'ਚ ਸੀ ਤੇ ਨੇਪਾਲ ਤੋਂ ਬਾਅਦ ਅੱਗੇ ਹੋਰ ਪਾਸੇ ਚਲੇ ਜਾਣਾ ਸੀ ਜਾਂ ਫਿਰ ਕੈਨੇਡਾ ਚਲਾ ਜਾਣਾ ਸੀ। ਇਸ ਤਰੀਕੇ ਦੀ ਪਹਿਲਾਂ ਹੀ ਪਲੈਨਿੰਗ ਇਹਨਾਂ ਸ਼ੂਟਰਾਂ ਦੇ ਲਈ, ਜਿਹੜੇ ਗੋਲਡੀ ਬਰਾੜ ਜਾਂ ਫਿਰ ਉਸਦੇ ਗੁਰਗੇ ਨੇ, ਉਹਨਾਂ ਦੇ ਵੱਲੋਂ ਕੀਤੀ ਗਈ ਸੀ। ਤਾਂ 6ਵਾਂ ਸ਼ੂਟਰ ਜਿਹੜਾ ਗ੍ਰਿਫਤਾਰ ਹੋਇਆ, ਇਹ ਜਿਓਗ੍ਰਾਫਿਕਲੀ ਇਸ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਉਸ ਥਾਂ ਤੱਕ ਪਹੁੰਚ ਗਏ ਸੀ ਜਿੱਥੋਂ ਕਿਸੇ ਵੀ ਦੇਸ਼ ਦੇ ਵਿੱਚ ਭੱਜਣਾ ਆਸਾਨ ਸੀ। ਹਾਲਾਂਕਿ ਨੇਪਾਲ, ਕਿਉਂਕਿ ਨੇਪਾਲ ਦੇ ਬਾਰਡਰ ਸਾਡੇ ਨਾਲ ਖੁੱਲੇ ਨੇ, ਨੇਪਾਲ ਜਾਣ ਦੇ ਲਈ ਆਪਾਂ ਨੂੰ ਕੋਈ ਵੀਜ਼ਾ ਨਹੀਂ ਚਾਹੀਦਾ ਹੁੰਦਾ, ਇਸ ਕਰਕੇ ਉਸ ਵਾਲੇ ਪਾਸੇ ਜਾਣਾ ਇਹਨਾਂ ਦੇ ਲਈ ਥੋੜਾ ਆਸਾਨ ਨਜ਼ਰ ਆਉਂਦਾ ਹੈ। ਪਰ ਕਾਬਿਲੇ ਗੌਰ ਇਹ ਵੀ ਹੈ, ਤੁਸੀਂ ਇਹ ਧਿਆਨ ਨਾਲ ਦੇਖੋ ਜਿਹੜਾ ਇਹ ਪੂਰਾ ਮੈਪ ਹੈ। ਇਸ ਤੋਂ ਬਾਅਦ ਮੈਂ ਤੁਹਾਨੂੰ ਦੀਪਕ ਮੁੰਡੀ ਦੇ ਨਾਲ ਜੁੜੀ ਹੋਰ ਅਹਿਮ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਜਿਹੜਾ ਨੇਪਾਲ ਦਾ ਬਾਰਡਰ ਹੈ, ਇਹ ਬਿਲਕੁਲ ਜਿੱਥੇ ਆ ਲਾਈਨ ਹੈ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਤੁਹਾਨੂੰ ਥੋੜੀ ਧੁੰਦਲੀ ਜ਼ਰੂਰ ਨਜ਼ਰ ਆ ਰਹੀ ਹੋਏਗੀ, ਪਰ ਮੈਂ ਆਪਣਾ ਹੱਥ ਜਿੱਥੇ ਨਾਲ ਲੈ ਕੇ ਜਾ ਰਹੇ ਹਾਂ, ਇਹ ਪੂਰਾ ਨੇਪਾਲ ਦਾ ਬਾਰਡਰ ਹੈ ਕਿ ਇੱਧਰ ਵਾਲੇ ਪਾਸੇ ਵੈਸਟ ਬੰਗਾਲ ਤੋਂ ਹੋ ਕੇ ਨੇਪਾਲ ਦੇ ਵਿੱਚ ਐਂਟਰ ਕਰਨਾ, ਤੇ ਦੂਜੇ ਪਾਸੇ ਜੇਕਰ ਇਸ ਵਾਲੇ ਪਾਸੇ ਆਈਏ ਤਾਂ ਇਹ ਬਿਹਾਰ ਆ ਜਾਂਦਾ ਹੈ। ਬਿਹਾਰ ਤੋਂ ਜਾਣਾ ਆਸਾਨ ਸੀ ਕਿਉਂਕਿ ਬਿਹਾਰ ਇੱਥੋਂ ਜੇ ਪੰਜਾਬ ਤੋਂ ਆਪਾਂ ਨਿਕਲੀਏ ਤਾਂ ਬਿਹਾਰ ਹੋ ਕੇ ਹੀ ਲੋਕ ਨੇਪਾਲ ਵਾਲੇ ਪਾਸੇ ਜਾਂਦੇ ਨੇ, ਪਰ ਰਾਹ ਚੁਣਿਆ ਗਿਆ ਵੈਸਟ ਬੰਗਾਲ ਵਾਲਾ। ਇਸ ਦਾ ਮਤਲਬ ਇਹ ਸੀ ਕਿ ਪਹਿਲਾਂ ਤਾਂ ਪੂਰੀ ਪਲੈਨਿੰਗ ਕੀਤੀ ਗਈ ਸੀ ਜਾਂ ਫਿਰ ਪੂਰੀ ਇਹਨਾਂ ਨੂੰ ਕੋਈ ਜਾਣਕਾਰੀ ਦੇ ਰਿਹਾ ਸੀ ਕਿ ਤੁਸੀਂ ਇੱਥੋਂ ਜਾਓ, ਇੱਕ ਪੁਆਇੰਟ ਤੇ ਦੂਜੀ ਪੁਆਇੰਟ ਤੇ ਪਹੁੰਚੋਗੇ, ਫਿਰ ਉਸ ਤੋਂ ਅੱਗੇ ਇੱਥੇ ਪਹੁੰਚੋਗੇ। ਇਸ ਤਰੀਕੇ ਨਾਲ ਇਹਨਾਂ ਨੂੰ ਇੱਥੋਂ ਕੱਢਣ ਦੀ ਪਲੈਨਿੰਗ ਸੀ। ਔਰ ਕਾਬਿਲੇ ਗੌਰ ਇਹ ਵੀ ਹੈ ਕਿ 3-3.5 ਮਹੀਨੇ, ਯਾਨੀ ਕਿ ਇਹ ਸ਼ੂਟਰਾਂ ਨੇ ਭੱਜਣ ਦੇ ਲਈ ਬਹੁਤ ਸਮਾਂ ਲਿਆ। ਜਿਸ ਤਰੀਕੇ ਨਾਲ ਇਹ ਪੂਰਾ ਕੇਸ ਇਸ ਸਮੇਂ ਹਾਈਲਾਈਟ ਹੋਇਆ ਜਾਂ ਫਿਰ ਜਿਸ ਤਰੀਕੇ ਨਾਲ ਪੁਲਿਸ ਨੇ ਐਕਸ਼ਨ ਕੀਤਾ, ਖਾਸ ਤੌਰ ਤੇ ਜਿਹੜਾ ਇਨਕਾਊਂਟਰ ਕਰ ਦਿੱਤਾ ਗਿਆ, ਉਸ ਤੋਂ ਬਾਅਦ ਇਹ ਟਾਈਮ ਲੈ ਕੇ ਭੱਜਦੇ ਹੋਏ ਨਜ਼ਰ ਆਏ। ਆਮ ਤੌਰ ਤੇ ਜੇ 1800 ਕਿਲੋਮੀਟਰ ਜਾਣਾ ਹੋਵੇ 1.5-2 ਦਿਨ ਲੱਗਦੇ ਨੇ, 3 ਦਿਨ ਲੱਗ ਜਾਣਗੇ ਜੇ ਆਪਾਂ ਬ੍ਰੇਕ ਲੈ ਕੇ ਵੀ ਜਾਈਏ, ਆਪਣੀ ਕਾਰ ਦੇ ਵਿੱਚ ਵੀ ਜਾਈਏ। ਪਰ ਜਦੋਂ ਇਹ ਸ਼ਖਸ ਦਾ ਜ਼ਿਕਰ ਹੁੰਦਾ ਹੈ ਤਾਂ 29 ਮਈ ਨੂੰ, ਮਈ ਤੋਂ ਬਾਅਦ ਜੂਨ ਚਲਾ ਗਿਆ, ਜੁਲਾਈ ਚਲਾ ਗਿਆ, ਅਗਸਤ ਚਲਾ ਗਿਆ, 3 ਮਹੀਨੇ ਸਿੱਧੇ। ਉਸ ਤੋਂ ਬਾਅਦ 9 ਦਿਨ ਸਤੰਬਰ ਦੇ ਵਿੱਚ ਚਲੇ ਗਏ ਔਰ ਕਰੀਬ 3 ਮਹੀਨੇ 11 ਦਿਨ ਬਾਅਦ ਦੀਪਕ ਮੁੰਡੀ ਦੀ ਇਹ ਗ੍ਰਿਫਤਾਰੀ ਹੋਈ ਹੈ। ਯਾਨੀ ਕਿ 3 ਮਹੀਨੇ 11 ਦਿਨ ਇਹ ਬਿਲਕੁਲ ਕਹੀਏ ਕਿ ਕੱਚੂ ਚਾਲ ਚੱਲ ਰਿਹਾ ਸੀ ਅੱਗੇ ਵਧਣ ਦੇ ਲਈ। ਇੱਥੋਂ ਵੱਧਦਾ ਇਸ ਪੁਆਇੰਟ ਤੱਕ ਪਹੁੰਚ ਗਿਆ ਸੀ ਔਰ ਹੋ ਸਕਦਾ ਹੈ ਕਿ ਅਗਲੇ 1-2 ਦਿਨਾਂ ਦੇ ਵਿੱਚ ਜੇ ਨਾ ਪਹੁੰਚਦੀ ਪੁਲਿਸ ਇਹਨਾਂ ਤੱਕ ਤਾਂ ਸ਼ਾਇਦ ਇਹ ਨੇਪਾਲ ਬਾਰਡਰ ਦੇ ਵਿੱਚ ਐਂਟਰ ਹੋ ਜਾਂਦੇ, ਤਾਂ ਪੁਲਿਸ ਦੇ ਲਈ ਇੱਕ ਵੱਡੀ ਸਮੱਸਿਆ ਜ਼ਰੂਰ ਹੋ ਜਾਂਦੀ ਕਿ ਦੀਪਕ ਮੁੰਡੀ ਨੂੰ ਕਿਵੇਂ ਕਾਬੂ ਕੀਤਾ ਜਾਵੇ। ਪਰ ਇਸ ਨੂੰ ਲਗਾਤਾਰ ਟ੍ਰੇਸ ਕੀਤਾ ਜਾ ਰਿਹਾ ਸੀ ਔਰ ਟ੍ਰੇਸ ਕਰਦੇ ਪੁਲਿਸ ਤਾਂ ਇਹਨਾਂ ਦੇ ਪਿੱਛੇ ਪਹੁੰਚ ਗਈ। ਔਰ ਕਾਬਿਲੇ ਗੌਰ ਇੱਥੇ ਹੈ ਕਿ ਜੁਆਇੰਟ ਆਪਰੇਸ਼ਨ ਸੀ, ਪੰਜਾਬ ਪੁਲਿਸ ਤਾਂ ਇਹਨਾਂ ਦੇ ਪਿੱਛੇ ਲਗਾਤਾਰ ਸੀ, ਦੂਜੇ ਪਾਸੇ ਇਹਨਾਂ ਦਾ ਪਿੱਛਾ ਜਿਹੜੀਆਂ ਸੈਂਟਰਲ ਏਜੰਸੀਆਂ ਨੇ ਉਹ ਵੀ ਕਰ ਰਹੀਆਂ ਸੀ।
ਇਹਨਾਂ ਦੀਆਂ ਫੋਨ ਦੀ ਲੋਕੇਸ਼ਨ, ਇਹਨਾਂ ਦੇ ਸਾਥੀਆਂ ਦੀ ਫੋਨ ਦੀ ਲੋਕੇਸ਼ਨ, ਇਹ ਕਿੱਥੇ ਅੱਗੇ ਵਧੇ ਨੇ, ਕਿਸ ਜਿਹੜੀਆਂ ਪਹਿਚਾਨ ਪੱਤਰ ਦੇ ਤੌਰ ਦੇ ਉੱਤੇ ਰਹਿ ਰਹੇ ਸੀ, ਜੇ ਕਿਸੇ ਹੋਟਲ ਦੇ ਵਿੱਚ ਰਹੇ ਜਾਂ ਫਿਰ ਜਿਨ੍ਹਾਂ ਨੇ ਕੋਈ ਟਿਕਟ ਬੁੱਕ ਕਰਵਾਈ ਤਾਂ ਕਿਵੇਂ ਬੁੱਕ ਕਰਵਾਈ। ਆਮ ਤੌਰ ਤੇ ਇਸ ਤਰੀਕੇ ਦੇ ਜਿਹੜੇ ਸ਼ੂਟਰ ਹੁੰਦੇ ਨੇ ਜਦੋਂ ਭੱਜਦੇ ਨੇ ਤਾਂ ਉਹਨਾਂ ਦੇ ਵੱਲੋਂ ਕੀ ਕੀਤਾ ਜਾਂਦਾ ਹੈ, ਉਹ ਭੱਜਦੇ ਨੇ ਜਾਂ ਤਾਂ ਕੋਈ ਉਹਨਾਂ ਦੇ ਕੋਲ ਪ੍ਰਾਈਵੇਟ ਵਹੀਕਲ ਹੁੰਦਾ ਜਾਂ ਫਿਰ ਉਹ ਬਦਲ ਕੇ ਗੱਡੀਆਂ, ਬੱਸਾਂ, ਟ੍ਰੇਨਸ ਇਸ ਤਰੀਕੇ ਨਾਲ ਭੱਜਦੇ ਨੇ ਕਿ ਜਿੱਥੇ ਕੋਈ ਬੁਕਿੰਗ ਕਰਵਾਉਣ ਦੇ ਲਈ, ਕੁਝ ਜਿਵੇਂ ਆਪਾਂ ਆਮ ਬੱਸਾਂ ਦੇ ਵਿੱਚ ਜਾਂਦੇ ਹਾਂ ਕਿ ਇੱਥੋਂ ਦਿੱਲੀ ਜਾਣਾ ਹੋਵੇ ਤਾਂ ਤੁਹਾਨੂੰ ਆਪਣਾ ਕੋਈ ਆਧਾਰ ਕਾਰਡ ਦਿਖਾਉਣ ਦੀ ਜ਼ਰੂਰਤ ਨਹੀਂ ਹੁੰਦੀ, ਇਸ ਤਰੀਕੇ ਨਾਲ ਭੱਜਦੇ ਨੇ ਜੋ ਜਾਣਕਾਰ ਦੱਸਦੇ ਨੇ। ਤਾਂ ਇਹ ਪੂਰਾ ਅਸੀਂ ਤੁਹਾਨੂੰ ਜੀਓਗ੍ਰਾਫੀਕਲੀ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਨੇਪਾਲ ਵਾਲੇ ਜੇਕਰ ਭੱਜਣਾ ਸੀ ਤਾਂ ਰਾਹ ਹੋਰ ਵੀ ਸੀ, ਪਰ ਵੈਸਟ ਬੰਗਾਲ ਵਾਲਾ ਰਾਹ ਹੀ ਚੁਣਿਆ ਗਿਆ ਇਸ ਕਰਕੇ ਕਿ ਜਿੰਨਾ ਜ਼ਿਆਦਾ ਦੂਰ ਹੋ ਕੇ, ਜਾਂ ਸ਼ਾਇਦ ਉਹਨਾਂ ਨੂੰ ਇਹ ਹੋਏਗਾ ਕਿ ਬਿਹਾਰ ਵਾਲੇ ਬਾਰਡਰ ਵਾਲੇ ਪਾਸੇ ਜਾ ਕੇ ਉੱਥੇ ਜ਼ਿਆਦਾ ਜਿਹੜੀ ਪੂਰੀ ਮੁਸਤੈਦੀ ਹੋਏਗੀ ਜਾਂ ਫਿਰ ਉੱਥੇ ਜ਼ਿਆਦਾ ਸਿਕਿਉਰਿਟੀ ਹੋ ਸਕਦੀ ਹੈ, ਇਸ ਕਰਕੇ ਵੈਸਟ ਬੰਗਾਲ ਨੂੰ ਚੁਣਿਆ ਗਿਆ ਕਿ ਉਸ ਵਾਲੇ ਪਾਸੇ ਜਾ ਕੇ ਐਂਟਰੀ ਕੀਤੀ ਜਾਵੇ। ਹੁਣ ਕਾਬਿਲੇ ਗੌਰ ਇਹ ਵੀ ਹੈ ਕਿ ਪੁਲਿਸ ਜਾਂਚ ਦੇ ਵਿੱਚ ਹੀ ਸਾਹਮਣੇ ਆਏਗਾ ਕਿ ਇਹ ਨੇਪਾਲ ਭੱਜਣਾ ਚਾਹੁੰਦੇ ਸੀ, ਭੂਟਾਨ ਭੱਜਣਾ ਚਾਹੁੰਦੇ ਸੀ ਜਾਂ ਬੰਗਲਾਦੇਸ਼ ਜਾਣਾ ਚਾਹੁੰਦੇ ਸੀ, ਤਾਂ ਕਿ ਬੰਗਲਾਦੇਸ਼ ਜਾਣ ਦੀ ਫਿਰਾਕ ਦੇ ਵਿੱਚ ਸੀ, ਨੇਪਾਲ ਜਾਣ ਦੀ ਫਿਰਾਕ ਦੇ ਵਿੱਚ ਸੀ ਜਾਂ ਕਿੱਥੇ ਜਾਣ ਦੀ ਫਿਰਾਕ ਦੇ ਵਿੱਚ ਸੀ, ਇਹ ਜ਼ਰੂਰ ਪੁਲਿਸ ਨੂੰ ਪਤਾ ਕਰਨ ਦੀ ਕੋਸ਼ਿਸ਼ ਕਰੇਗੀ। ਮੈਂ ਅੱਗੇ ਵਧਦਾ, ਦੀਪਕ ਮੁੰਡੀ ਦੇ ਨਾਲ ਜੁੜੇ ਹੋਏ ਕੁਝ ਅਹਿਮ ਤੱਥ ਨੇ ਉਹ ਤੁਹਾਨੂੰ ਦੱਸਾਂਗੇ। ਦੀਪਕ ਮੁੰਡੀ ਆਖਿਰ ਕਿਉਂ ਅਹਿਮ ਹੈ ਇਸ ਪੂਰੇ ਮਾਮਲੇ ਦੇ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੀਪਕ ਮੁੰਡੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਇਹ 6ਵਾਂ ਸ਼ੂਟਰ ਹੈ, ਦੋਵੇਂ ਹੱਥਾਂ ਨਾਲ ਗੋਲੀਆਂ ਚਲਾਉਂਦਾ ਹੈ। ਸਿੱਧੂ ਮੂਸੇਵਾਲਾ ਦੇ ਉੱਤੇ ਇਸਨੇ ਗੋਲੀਆਂ ਮਾਰੀਆਂ ਨੇ। ਜੀ ਹਾਂ, ਬੁਲੈਰੋ ਗੱਡੀ ਦੇ ਵਿੱਚ ਸਵਾਰ ਚੌਥਾ ਸ਼ੂਟਰ ਦੀਪਕ ਮੁੰਡੀ, ਜਿਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ। ਬੁਲੈਰੋ ਗੱਡੀ ਦੇ ਵਿੱਚ 4 ਸ਼ੂਟਰ ਸਵਾਰ ਸੀ। ਪ੍ਰਿਯਵਰਤ ਫੌਜੀ ਜੋ ਉਹਨਾਂ ਨੂੰ ਲੀਡ ਕਰ ਰਿਹਾ ਸੀ, ਦੂਜਾ ਨਾਮ ਕਸ਼ਿਸ਼ ਦਾ, ਤੀਜਾ ਨਾਮ ਅੰਕਿਤ ਸਿਰਸਾ ਦਾ ਹੈ ਤੇ ਚੌਥਾ ਇਸ ਸ਼ਖਸ ਦਾ ਇਹ ਨਾਮ ਹੈ ਦੀਪਕ ਮੁੰਡੀ। ਉਮਰ ਜੇ ਮੈਂ ਚਿਹਰੇ ਦੇ ਨਾਲ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਾਂ ਤਾਂ 20-22 ਸਾਲ ਤੋਂ ਜ਼ਿਆਦਾ ਉਮਰ ਨਹੀਂ ਲੱਗਦੀ ਇਸ ਦੀ, ਤਾਂ ਬਹੁਤ ਯੰਗ ਏਜ ਦਾ ਨਜ਼ਰ ਆਉਂਦਾ ਹੈ। ਇਹ ਵੀ ਤੇ ਅੰਕਿਤ ਸਿਰਸਾ ਵੀ, ਇਹ ਦੋਵੇਂ ਬਹੁਤ ਯੰਗ ਏਜ ਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ, ਇਸ ਕਤਲकांड ਦੇ ਵਿੱਚ ਗੋਲੀਆਂ ਚਲਾਈਆਂ ਗਈਆਂ। ਵਾਲਾ ਦਾ ਪਿੱਛਾ ਕੀਤਾ ਗਿਆ। ਵਾਰਦਾਤ ਵੇਲੇ ਗੋਲਡੀ ਬਰਾੜ ਦੇ ਨਾਲ ਸੰਪਰਕ ਦੇ ਵਿੱਚ ਸੀ ਦੀਪਕ ਮੁੰਡੀ, ਔਰ ਕਿਉਂਕਿ ਪ੍ਰਿਯਵਰਤ ਫੌਜੀ ਵੀ ਸੀ ਔਰ ਦੀਪਕ ਮੁੰਡੀ ਵੀ ਸੀ। ਮੂਸੇਵਾਲਾ ਨੂੰ ਗੋਲੀਆਂ ਜਿਨ੍ਹਾਂ ਨੇ ਮਾਰੀਆਂ 6 ਸ਼ੂਟਰ ਸੀ, ਉਹਨਾਂ ਦੇ ਵਿੱਚੋਂ ਇੱਕ ਸੀ ਦੀਪਕ ਮੁੰਡੀ ਔਰ ਇਹ ਬੋਲੈਰੋ ਮੋਡਿਊਲ ਦਾ ਹਿੱਸਾ ਸੀ। ਯਾਨੀ ਕਿ ਦੋ ਤਰੀਕੇ ਨਾਲ 2 ਮੋਡਿਊਲ ਬਣਾਏ ਗਏ ਸ਼ੂਟਰਾਂ ਦੇ ਵੱਲੋਂ ਜਾਂ ਗੋਲਡੀ ਬਰਾੜ ਦੇ ਵੱਲੋਂ, ਤੇ ਇੱਕ ਬੋਲੈਰੋ ਦੇ ਵਿੱਚ 4 ਲੋਕਾਂ ਨੂੰ ਸਵਾਰ ਕੀਤਾ ਗਿਆ ਤੇ ਦੂਜੇ ਪਾਸੇ ਕਰੋਲਾ ਦੇ ਵਿੱਚ 2 ਜਿਹੜੇ ਸ਼ੂਟਰ ਨੇ ਉਹ ਸਵਾਰ ਸੀ। ਤਾਂ ਜਿਹੜਾ ਬੋਲੈਰੋ ਦਾ ਜ਼ਿਕਰ ਮੈਂ ਕਰ ਰਿਹਾ, ਬੋਲੈਰੋ ਦੇ ਵਿੱਚ ਇਹ 4 ਸ਼ੂਟਰ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਦੀਪਕ ਮੁੰਡੀ ਹੈ ਜਿਸ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਜੋ ਵਿਦੇਸ਼ ਭੱਜਣ ਦੀ ਫਿਰਾਕ ਦੇ ਵਿੱਚ ਸੀ। ਤਾਂ ਦੀਪਕ ਮੁੰਡੀ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੁਜਰਾਤ ਵੱਲ ਫਰਾਰ ਹੋਇਆ। ਇਹ ਵੀ ਕਾਬਿਲੇ ਗੌਰ ਹੈ ਕਿ ਗੁਜਰਾਤ ਵਾਲੇ ਪਾਸੇ ਫਰਾਰ ਹੋਇਆ, ਕਪਿਲ ਪੰਡਿਤ ਦੇ ਨਾਲ ਮਿਲ ਕੇ ਇਹ ਫਰਾਰ ਹੋਇਆ ਸੀ। ਹੁਣ ਇਸ ਨੂੰ ਕਾਬੂ ਦੇਖੋ, ਬਿਲਕੁਲ ਗੁਜਰਾਤ ਇਸ ਪਾਸੇ ਦੇਸ਼ ਦੇ ਤੇ ਵੈਸਟ ਬੰਗਾਲ ਦੂਜੇ ਕੋਨੇ ਦੇ ਵਿੱਚ ਹੈ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਪੂਰਾ ਇਹਨਾਂ ਨੇ ਆਪਣਾ ਰਾਹ ਬਦਲਿਆ। ਦੇਸ਼ ਛੱਡਣ ਦੀ ਫਿਰਾਕ ਦੇ ਵਿੱਚ ਸੀ ਦੀਪਕ ਮੁੰਡੀ, ਇਹ ਤਾਂ ਜਾਂਚ ਦੇ ਵਿੱਚ ਜ਼ਰੂਰ ਸਾਹਮਣੇ ਆਏਗਾ। ਔਰ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੁਜਰਾਤ ਵਾਲੇ ਪਾਸੇ ਮੈਂ ਜੋ ਲਗਾਤਾਰ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹ ਭੱਜਦੇ ਨੇ। ਪਹਿਲਾਂ ਤਾਂ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆਈ ਕਿ ਜਿਹੜੇ ਸ਼ੂਟਰ ਸੀ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੁਝ ਘੰਟਿਆਂ ਤੱਕ, 1.5 ਘੰਟੇ ਤੱਕ ਉਸੇ ਥਾਂ ਦੇ ਉੱਤੇ ਜਿੱਥੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਸ ਤੋਂ ਕੁਝ ਕਿਲੋਮੀਟਰ ਦੂਰ ਰੁਕੇ ਰਹੇ, ਖੇਤਾਂ ਦੇ ਵਿੱਚ ਲੁਕੇ ਰਹੇ, ਜਿੱਥੇ ਇਹਨਾਂ ਨੇ ਆਪਣੇ ਹਥਿਆਰ ਵੀ ਦੱਬੇ। ਉਹ ਕੌਣ ਸੀ? ਉਹ ਸੀ ਬੋਲੈਰੋ ਗੱਡੀ ਵਾਲੇ। ਉਹ ਕੌਣ ਸੀ? ਦੀਪਕ ਮੁੰਡੀ ਉਹਨਾਂ ਦੇ ਵਿੱਚੋਂ ਇੱਕ ਸੀ। ਤਾਂ ਉੱਥੋਂ ਇਹ 4 ਸ਼ੂਟਰ ਫਰਾਰ ਹੁੰਦੇ ਨੇ। ਜਿਹੜੇ ਸ਼ੂਟਰ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਦੀਪਕ ਮੁੰਡੀ ਕਿੱਥੇ ਗਿਆ। ਦਰਅਸਲ ਉਹ ਦੱਸਦੇ ਨੇ ਕਿ ਦੀਪਕ ਮੁੰਡੀ ਨੇ ਆਪਣਾ ਰਾਹ ਉਸ ਸਮੇਂ ਵੱਖ ਕਰ ਲਿਆ ਬਾਕੀ ਸ਼ੂਟਰਸ ਤੋਂ ਜਦੋਂ ਪ੍ਰਿਯਵਰਤ ਫੌਜੀ ਬਿਨਾਂ ਮਾਸਕ ਤੋਂ ਘੁੰਮਣਾ ਸ਼ੁਰੂ ਹੋ ਗਿਆ। ਤਾਂ ਉਸ ਨੂੰ ਲੱਗਿਆ ਕਿ ਹੁਣ ਕੋਈ ਨਹੀਂ ਮੈਨੂੰ ਫੜ ਸਕਦਾ, ਤਾਂ ਦੀਪਕ ਮੁੰਡੀ ਉਸ ਤੋਂ ਵੱਖ ਹੋ ਗਿਆ। ਇਹ ਵੀ ਜਾਣਕਾਰੀ ਹੈ ਕਿ ਬਾਕੀ ਸ਼ੂਟਰ ਵੀ ਵੱਖ ਹੋਏ ਨੇ, ਇਸ ਕਰਕੇ ਵੱਖ-ਵੱਖ ਥਾਵਾਂ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ISBT ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਪਰ ਜਦੋਂ ਸ਼ੁਰੂਆਤ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਜਾਂ ਪਹਿਲੀ ਗ੍ਰਿਫਤਾਰੀ ਹੋਈ ਉਹ ਗੁਜਰਾਤ ਤੋਂ ਗ੍ਰਿਫਤਾਰੀ ਹੁੰਦੀ ਹੈ। ਯਾਨੀ ਕਿ ਜਿਹੜਾ ਇਹਨਾਂ ਦਾ ਭੱਜਣ ਦਾ ਪੂਰਾ ਪਲਾਨ ਸੀ ਉਹ ਪਲਾਨ ਗੁਜਰਾਤ ਵਾਲਾ ਸੀ ਕਿ ਗੁਜਰਾਤ ਵਾਲੇ ਪਾਸੇ ਜਾਓ, ਉੱਥੇ ਜਾ ਕੇ ਕੋਈ ਹੋਰ ਹਿੱਲਾ ਹੋਏਗਾ ਜਾਂ ਉੱਥੇ ਲੁਕੇ ਰਹੋ। ਪੂਰਾ ਇਹੀ ਇੱਕ ਤਰੀਕੇ ਨਾਲ ਇਹਨਾਂ ਦਾ ਪੂਰਾ ਮੋਡਿਊਲ ਨਜ਼ਰ ਆਉਂਦਾ ਹੈ ਕਿ ਉਹਨਾਂ ਨੇ ਇਸ ਤਰੀਕੇ ਨਾਲ ਉੱਥੋਂ ਐਗਜ਼ਿਟ ਪਲਾਨ ਤਿਆਰ ਕੀਤਾ ਸੀ। ਤਾਂ ਉਸ ਤੋਂ ਬਾਅਦ ਪ੍ਰਿਯਵਰਤ ਫੌਜੀ ਕਾਬੂ ਆ ਗਿਆ, ਉਸ ਤੋਂ ਬਾਅਦ ਕਸ਼ਿਸ਼ ਫੜਿਆ ਗਿਆ, ਅੰਕਿਤ ਸਿਰਸਾ ਫੜਿਆ ਗਿਆ। ਇਨਫੈਕਟ ਇਹ 2 ਤਾਂ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਦਾ ਤਾਂ ਐਨਕਾਊਂਟਰ ਹੋ ਗਿਆ। ਤਾਂ ਦੀਪਕ ਮੁੰਡੀ ਅਲੱਗ ਰਾਹ ਤੁਰ ਪਿਆ। ਅਲੱਗ ਰਾਹ ਇਸਨੇ ਨਾਰਥ ਈਸਟ ਵਾਲਾ ਪਾਸਾ ਚੁਣਿਆ ਤੇ ਇਸਨੇ ਅਸਾਮ ਵਾਲੇ ਪਾਸੇ ਨੂੰ ਜਾਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਵੈਸਟ ਬੰਗਾਲ ਦੇ ਬਾਰਡਰ ਦੇ ਉੱਤੇ ਪਹੁੰਚਿਆ ਸੀ। ਜਾਣਕਾਰੀ ਇਹ ਕਿ ਵੈਸਟ ਬੰਗਾਲ ਤੋਂ ਪੱਛਮੀ ਬੰਗਾਲ ਤੋਂ ਇਹ ਨੇਪਾਲ ਵਾਲੇ ਬਾਰਡਰ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕਰ ਸਕਦਾ ਸੀ ਜਾਂ ਕਰਨਾ ਚਾਹੁੰਦਾ ਸੀ ਜਾਂ ਬਿਲਕੁਲ ਤਿਆਰੀ 'ਚ ਸੀ। ਤਾਂ ਹੁਣ ਇਹ ਵੀ ਸਵਾਲ ਹੈ ਕਿ ਨੇਪਾਲ ਦੇ ਵਿੱਚ ਕਿਸ ਦੇ ਕੋਲ ਜਾਣਾ ਸੀ। ਇਹ ਵੀ ਸਵਾਲ ਹੈ ਕਿ ਨੇਪਾਲ ਵਾਲਾ ਬਾਰਡਰ ਕਿਹੜੇ ਰਾਹ ਤੋਂ ਟੱਪਣਾ ਸੀ। ਕਾਬਿਲੇ ਗੌਰ ਹੈ ਕਿ ਜਦੋਂ ਨੇਪਾਲ ਵਾਲਾ ਬਾਰਡਰ ਐਂਟਰ ਵੀ ਕਰਦੇ ਆ ਤਾਂ ਚੈਕਿੰਗ ਆਮ ਤੌਰ ਤੇ ਹੁੰਦੀ ਹੈ, ਪਰ ਵੀਜ਼ਾ ਜ਼ਰੂਰਤ ਨਹੀਂ ਹੁੰਦੀ, ਜੋ ਮੈਂ ਬਾਰ-ਬਾਰ ਕਹਿ ਰਿਹਾ, ਪਰ ਚੈਕਿੰਗ ਤਾਂ ਹੁੰਦੀ ਹੈ।
ਤਾਂ ਬਹੁਤ ਸਾਰੇ ਕਿਉਂਕਿ ਜਾਣਕਾਰ ਇਹ ਵੀ ਕਹਿੰਦੇ ਨੇ ਕਿ ਇਹ ਸ਼ੂਟਰ ਜਾਂ ਫਿਰ ਇਸ ਤਰੀਕੇ ਨਾਲ ਜਿਹੜੀਆਂ ਸਮਗਲਿੰਗਸ ਹੁੰਦੀਆਂ ਨੇ ਉਹਨਾਂ ਨੇ ਚੋਰ ਰਸਤੇ ਲੱਭੇ ਹੁੰਦੇ ਨੇ। ਤਾਂ ਕੀ ਇਹਨਾਂ ਦੇ ਕੋਲ ਵੀ ਕੋਈ ਅਜਿਹਾ ਰਾਹ ਸੀ ਕਿ ਜਿੱਥੇ ਕੋਈ ਚੈਕਿੰਗ ਨਾ ਹੋਵੇ ਤੇ ਨੇਪਾਲ ਭੱਜਣ ਦੇ ਵਿੱਚ ਕਾਮਯਾਬ ਹੋ ਜਾਣ? ਤਾਂ ਕੁਝ ਇਸ ਤਰੀਕੇ ਦਾ ਹੀ ਇਹ ਪੂਰਾ ਮਾਮਲਾ ਇਸ ਸਮੇਂ ਨਜ਼ਰ ਆ ਰਿਹਾ ਹੈ। ਮੈਂ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾ ਰਿਹਾ ਕਿ ਕੌਣ-ਕੌਣ ਹੁਣ ਤੱਕ ਗ੍ਰਿਫਤਾਰ ਹੋਇਆ ਹੈ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ। ਮੈਂ ਸਿਰਫ ਸ਼ੂਟਰਾਂ ਦਾ ਜ਼ਿਕਰ ਕਰ ਰਿਹਾ ਕਿਉਂਕਿ ਇਸ ਤੋਂ ਇਲਾਵਾ ਜਿਹੜਾ ਸੰਦੀਪ ਹੈ ਉਹ ਵੀ ਗ੍ਰਿਫਤਾਰ ਕੀਤਾ ਗਿਆ। ਮੈਂ ਪੰਜਾਬ ਪੁਲਿਸ ਦਾ ਜ਼ਿਕਰ ਕਰਾਂ ਤਾਂ ਪੰਜਾਬ ਪੁਲਿਸ ਨੇ ਵੱਖ-ਵੱਖ ਗ੍ਰਿਫਤਾਰੀਆਂ ਕੀਤੀਆਂ ਨੇ ਇਸ ਸਮੇਂ। ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਜਿਹੜੇ ਇਹ ਸ਼ੂਟਰ ਹੈਗੇ ਨੇ ਇਹ ਤਾਂ ਹੈਗੇ ਹੀ ਨੇ। ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਵੀ ਉਹਨਾਂ ਦੀ ਗ੍ਰਿਫਤ ਦੇ ਵਿੱਚ ਹੈ। ਇਸ ਨੂੰ ਪ੍ਰੋਡਕਸ਼ਨ ਬਣਾਉਣ ਦੇ ਉੱਤੇ ਲਿਆਂਦਾ ਗਿਆ ਸੀ। ਉਸ ਤੋਂ ਬਾਅਦ ਕੁਝ ਹੋਰ ਸ਼ੂਟਰ ਵੀ ਨੇ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਸੀ ਜਾਂ ਫਿਰ ਗੈਂਗਸਟਰ ਨੇ ਜਿਨ੍ਹਾਂ ਨੇ ਬੈਠ ਕੇ ਜੇਲ੍ਹਾਂ ਦੇ ਵਿੱਚ ਇਹ ਪੂਰੀ ਸਾਜ਼ਿਸ਼ ਨੂੰ ਰਚਿਆ ਹੈ। ਰੇਕੀ ਕਰਨ ਵਾਲੇ ਵੀ ਪੁਲਿਸ ਨੇ ਫੜੇ ਨੇ। ਇਹ ਸੰਦੀਪ ਕੇਕੜਾ ਤੋਂ ਗ੍ਰਿਫਤਾਰੀ ਦਾ ਜੋ ਪੂਰਾ ਸਿਲਸਿਲਾ ਸ਼ੁਰੂ ਹੋਇਆ ਸੀ, ਸਾਰੇ ਸ਼ੂਟਰ ਹੁਣ ਪੁਲਿਸ ਉਹਨਾਂ ਤੱਕ ਪਹੁੰਚ ਚੁੱਕੀ ਹੈ। 4 ਸ਼ੂਟਰ ਇਸ ਸਮੇਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ। 2 ਸ਼ੂਟਰ ਦਾ ਐਨਕਾਊਂਟਰ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਕਰ ਦਿੱਤਾ ਗਿਆ। 4 ਸ਼ੂਟਰ ਇਸ ਸਮੇਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਜ਼ਰੂਰ ਨੇ। ਤਾਂ ਦੀਪਕ ਮੁੰਡੀ ਉਹਨਾਂ ਦੇ ਵਿੱਚੋਂ ਇੱਕ ਹੈ। ਹੁਣ ਕਾਬਿਲੇ ਗੌਰ ਇਹ ਵੀ ਹੈ ਕਿ ਦੀਪਕ ਮੁੰਡੀ ਤੋਂ ਪੁਲਿਸ ਕੀ ਪਤਾ ਕਰ ਸਕਦੀ ਹੈ। ਦੀਪਕ ਮੁੰਡੀ ਤੋਂ ਆਖਿਰ ਹੁਣ ਕਿਹੜੇ ਤੱਥ ਪਤਾ ਲੱਗ ਸਕਦੇ ਨੇ? ਦਰਅਸਲ ਪ੍ਰਿਯਵਰਤ ਫੌਜੀ ਹੋਵੇ, ਅੰਕਿਤ ਸੇਠਸਾ ਹੋਵੇ, ਕਸ਼ਿਸ਼ ਹੋਵੇ ਜਾਂ ਫਿਰ ਲਾਰੈਂਸ ਬਿਸ਼ਨੋਈ ਹੋਵੇ, ਇਹਨਾਂ ਤੋਂ ਲਗਾਤਾਰ ਜੱਗੂ ਭਗਵਾਨਪੁਰੀਆ ਹੋਵੇ, ਸੰਦੀਪ ਕੇਕੜਾ ਹੋਵੇ, ਨਿੱਕੂ ਹੋਵੇ ਜਾਂ ਫਿਰ ਮਨਪ੍ਰੀਤ ਮੰਨਾ ਹੋਵੇ, ਜਿਨ੍ਹਾਂ ਦੀ ਗ੍ਰਿਫਤਾਰੀਆਂ ਹੋਈਆਂ ਨੇ, ਤਾਂ ਉਹਨਾਂ ਤੋਂ ਤਾਂ ਬਹੁਤ ਕੁਝ ਪੁਲਿਸ ਆਲਰੇਡੀ ਪੁੱਛ ਚੁੱਕੀ ਹੈ। ਤਾਂ ਬਹੁਤ ਸਾਰੇ ਤੱਥ ਜਿਹੜੇ ਨਿਕਲ ਕੇ ਸਾਹਮਣੇ ਆ ਚੁੱਕੇ ਨੇ। ਹੁਣ ਦੀਪਕ ਮੁੰਡੀ ਇਹ ਵੀ ਦੱਸ ਸਕਦਾ ਹੈ ਕਿ ਆਖਿਰ ਉਹ ਅੱਗੇ ਕਿਵੇਂ 3 ਮਹੀਨੇ ਕਿੱਥੇ ਸੀ, ਤੇ ਜੇਕਰ ਉਹ ਗੋਲਡੀ ਬਰਾੜ ਦੇ ਸੰਪਰਕ ਦੇ ਵਿੱਚ ਸੀ ਤਾਂ ਕੀ ਗੋਲਡੀ ਬਰਾੜ ਹੀ ਅੱਗੇ ਕਿਸੇ ਦੀ ਡਿਊਟੀ ਲਗਾ ਰਿਹਾ ਸੀ ਕਿ ਹੁਣ ਕਿੱਥੇ ਜਾਣਾ, ਕਿੱਥੇ ਭੱਜਣਾ, ਕਿਹੜੀ ਥਾਂ ਤੇ ਰੁਕਣਾ ਹੈ, ਕਿਹੜੇ ਰੂਟ ਨੂੰ ਫੜਨਾ, ਕਿਹੜੀ ਬੱਸ ਲੈਣੀ ਹੈ, ਕਿਹੜੀ ਗੱਡੀ ਲੈਣੀ ਹੈ, ਕਿਹੜੀ ਟ੍ਰੇਨ ਲੈਣੀ ਹੈ, ਅਗਲੀ ਸਟੇਟ 'ਚ ਕਿੱਥੇ ਰੁਕਣਾ ਹੈ, ਅਗਲੀ ਥਾਂ ਦੇ ਉੱਤੇ ਕਿੱਥੇ ਰੁਕਣਾ ਹੈ, ਕਿਉਂਕਿ ਸਾਰੀਆਂ ਕੁਝ ਚੀਜ਼ਾਂ ਹੋਈਆਂ ਨੇ। 3 ਮਹੀਨੇ 11 ਦਿਨ ਜੇਕਰ ਇਹ ਸ਼ਖਸ ਭੱਜਦਾ ਰਿਹਾ ਤਾਂ ਕੋਈ ਨਾ ਕੋਈ ਤਾਂ ਗਾਈਡ ਕਰ ਰਿਹਾ ਸੀ, ਕੋਈ ਨਾ ਕੋਈ ਤਾਂ ਸਾਥ ਦੇ ਰਿਹਾ ਸੀ, ਕੋਈ ਨਾ ਕੋਈ ਤਾਂ ਦੱਸ ਰਿਹਾ ਸੀ ਕਿ ਆਖਿਰ ਤੋਂ ਕਿੱਥੇ ਜਾ ਕੇ ਲੁਕਣਾ ਹੈ, ਕੋਈ ਨਾ ਕੋਈ ਤਾਂ ਦੱਸ ਰਿਹਾ ਸੀ ਕਿ ਆਖਿਰ ਕਿਹੜਾ ਰੂਟ ਤਿਆਰ ਕਰਨਾ ਹੈ, ਕਿੱਥੇ ਅੱਗੇ ਜਾਣਾ ਹੈ। ਤਾਂ ਇਹ ਸਾਰੇ ਤੱਥ ਨੇ ਜੋ ਲਾਜ਼ਮੀ ਤੌਰ ਤੇ ਹੁਣ ਪੁਲਿਸ ਦੀਪਕ ਮੁੰਡੀ ਤੋਂ ਪੁੱਛਣ ਦੀ ਕੋਸ਼ਿਸ਼ ਕਰੇਗੀ। ਤਾਂ ਕਿ ਦੀਪਕ ਮੁੰਡੀ ਹੁਣ ਲਗਾਤਾਰ ਸੰਪਰਕ ਦੇ ਵਿੱਚ ਸੀ ਗੋਲਡੀ ਬਰਾੜ ਦੇ? ਜੇ ਸੀ ਤਾਂ ਫਿਰ ਕਿੱਥੇ ਹੈ ਗੋਲਡੀ ਬਰਾੜ? ਕੈਨੇਡਾ ਦੇ ਵਿੱਚ ਕਿੱਥੇ ਹੈ? ਰੈੱਡ ਕਾਰਨਰ ਨੋਟਿਸ ਗੋਲਡੀ ਬਰਾੜ ਦੇ ਖਿਲਾਫ ਜਾਰੀ ਤਾਂ ਕਰ ਦਿੱਤਾ ਗਿਆ, ਪਰ ਹੁਣ ਗੋਲਡੀ ਬਰਾੜ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਤਾਂ ਪੁਲਿਸ ਨਹੀਂ ਹੋਈ ਹੈ। ਇਸ ਦੇ ਵਿੱਚ ਸਚਿਨ ਥਾਪਨ ਜ਼ਰੂਰ ਕਾਬੂ ਕੀਤਾ ਗਿਆ ਅਜ਼ਰਬੈਜਾਨ ਦੇ ਵਿੱਚ। ਅਨਮੋਲ ਬਿਸ਼ਨੋਈ ਜ਼ਰੂਰ ਕੀਨੀਆ ਦੇ ਵਿੱਚ ਡਿਟੇਨ ਕੀਤਾ ਗਿਆ। ਇੱਕ ਤਾਂ ਲਿਪਿਨ ਨਹਿਰਾ, ਉਹਦਾ ਨਹੀਂ ਪਤਾ ਕਿੱਥੇ ਹੈ। ਤੇ ਉਸ ਤੋਂ ਬਾਅਦ ਗੋਲਡੀ ਬਰਾੜ ਕਿਹਾ ਜਾਂਦਾ ਹੈ ਕੈਨੇਡਾ ਦੇ ਵਿੱਚ ਹੈ, ਪਤਾ ਨਹੀਂ ਕਿਹੜੇ ਸ਼ਹਿਰ ਦੇ ਵਿੱਚ ਹੋਏਗਾ ਜਾਂ ਫਿਰ ਕੈਨੇਡਾ ਤੋਂ ਭੱਜ ਕੇ ਕਿਸੇ ਹੋਰ ਕੰਟਰੀ ਦੇ ਵਿੱਚ ਤਾਂ ਨਹੀਂ ਚਲਾ ਗਿਆ। ਬਹੁਤ ਸਾਰੇ ਤੱਥ ਨੇ। ਕਾਬਿਲੇ ਗੌਰ ਇਹ ਵੀ ਹੈ ਕਿ ਜੇਕਰ ਫਰਜ਼ੀ ਪਾਸਪੋਰਟ ਬਣਵਾ ਲਏ ਗਏ ਸਚਿਨ ਥਾਪਨ ਤੇ ਅਨਮੋਲ ਬਿਸ਼ਨੋਈ ਦੇ ਵੱਲੋਂ, ਤਾਂ ਕੀ ਕੁਝ ਅਜਿਹਾ ਸਟੈਪ ਗੋਲਡੀ ਬਰਾੜ ਨੇ ਵੀ ਚੁੱਕਿਆ ਕਿ ਗੋਲਡੀ ਬਰਾੜ ਦੇ ਵੱਲੋਂ ਵੀ ਅਜਿਹੀ ਕੋਈ ਕੋਸ਼ਿਸ਼ ਕੀਤੀ ਗਈ? ਖੈਰ, ਦੀਪਕ ਮੁੰਡੀ ਗ੍ਰਿਫਤਾਰ ਕਰ ਲਿਆ ਗਿਆ। ਦਿਨ ਦੀ ਬਹੁਤ ਵੱਡੀ ਖਬਰ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਜਿਹੜੇ ਹੈਗੇ ਨੇ ਉਹ ਇੰਤਜ਼ਾਰ ਕਰ ਰਹੇ ਨੇ। ਲੋਕ ਚਾਹੁੰਦੇ ਨੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਹੋਵੇ। ਜਿਹੜੇ ਸਿੱਧੂ ਮੂਸੇਵਾਲਾ ਦੇ ਫੈਨਸ ਨੇ ਉਹ ਚਾਹੁੰਦੇ ਨੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਤੱਥ ਨਿਕਲ ਕੇ ਸਾਹਮਣੇ ਆਉਣ ਕਿ ਦੀਪਕ ਮੁੰਡੀ ਦੀ ਭੂਮਿਕਾ ਕੀ ਸੀ। ਦੀਪਕ ਮੁੰਡੀ ਨੂੰ ਕੌਣ ਕਹਿ ਰਿਹਾ ਸੀ ਗੋਲੀਆਂ ਚਲਾਉਣ ਦੇ ਲਈ? ਦੀਪਕ ਮੁੰਡੀ ਕਦੋਂ ਪਹੁੰਚਿਆ ਮਾਨਸਾ? ਦੀਪਕ ਮੁੰਡੀ ਨੂੰ ਹਥਿਆਰ ਕਿਸਨੇ ਦਿਵਾਏ? ਦੀਪਕ ਮੁੰਡੀ ਨੂੰ ਬਲੈਰੋ ਦੇ ਵਿੱਚ ਬੈਠਣ ਨੂੰ ਕਿਸਨੇ ਕਿਹਾ? ਗੋਲਡੀ ਬਰਾੜ ਤੋਂ ਦੀਪਕ ਮੁੰਡੀ ਨੂੰ ਕੀ ਹਿਦਾਇਤਾਂ ਮਿਲ ਰਹੀਆਂ ਸੀ?